ਇੰਨੀਆਂ ਮੀਟਿੰਗਾਂ ਕਿਸਾਨਾਂ ਦੇ ਨਾਲ ਕਰਨ ਤੋਂ ਬਾਅਦ ਵੀ ਤੋਮਰ ਸਾਹਿਬ ਦੀ ਇਸ ਸਟੇਟਮੈਂਟ ਤੋਂ ਲੱਗਦਾ ਹੈ ਕਿ ਉਹਨਾਂ ਨੂੰ ਹਾਲੇ ਵੀ ਇਸ਼ੂ ਦੀ ਗੰਭੀਰਤਾ ਦਾ ਗਿਆਨ ਜਿਹੜਾ ਉਹ ਨਹੀਂ ਹੋਇਆ। ਤੁਸੀਂ ਇੰਨੇ ਘੰਟੇ ਮੀਟਿੰਗਾਂ ਕੀਤੀਆਂ, ਤੁਹਾਨੂੰ ਪਤਾ ਹੈ ਕਿ ਇਹ ਗੱਲ ਕਿਸਾਨ ਕਈ ਵਾਰੀ ਤੁਹਾਡੇ ਟੇਬਲ ਤੇ ਬੈਠ ਕੇ ਠੁਕਰਾ ਚੁੱਕੇ ਹੋ, ਤੇ ਫਿਰ ਜਦੋਂ ਤੁਸੀਂ ਇਹੋ ਜਿਹੀ ਕੰਡੀਸ਼ਨ ਦੇ ਉੱਤੇ ਗੱਲ ਕਰਕੇ ਜਿਹੜੀ ਹੈ ਮੀਡੀਆ ਵਿੱਚ ਦਿੰਦੇ ਹੋ, ਤੇ ਇਹਦਾ ਮਤਲਬ ਕਿ ਤੁਸੀਂ ਨਾਤਾ ਜਿਹੜਾ ਉਹਨਾਂ ਨਾਲੋਂ ਤੋੜਨ ਦੀ ਗੱਲ ਕਰ ਰਹੇ ਹੋ, ਜੋੜਨ ਦੀ ਗੱਲ ਉਹਨਾਂ ਨੂੰ ਆਪਣੇ ਨਾਲ ਨਹੀਂ ਕਰ ਰਹੇ। ਚਾਹੀਦਾ ਤੇ ਇਹਨਾਂ ਨੂੰ ਇਹ ਹੈ ਕਿ ਗੱਲ ਸਿਰਫ ਬਿੱਲਾਂ ਦੇ ਵਾਪਸੀ ਦੀ, ਉਸ ਤੋਂ ਥੱਲੇ ਤਾਂ ਕੋਈ ਚੀਜ਼ ਸਹਿਮਤੀ ਕੋਈ ਵੀ ਜਥੇਬੰਦੀ ਕਰਨ ਨੂੰ ਤਿਆਰ ਹੀ ਨਹੀਂ ਹੈ। ਤੇ ਫਿਰ ਤੁਸੀਂ ਇਹੋ ਜਿਹੇ ਆਪਸ਼ਨ ਨੂੰ ਦੇ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਮੀਡੀਆ ਦੇ ਵਿੱਚ? ਨਵੇਂ ਸਿਰੇ ਤੋਂ ਜਿਹੜੀ ਹੈ ਅਗਲਿਆਂ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣ ਵਾਲੀ ਗੱਲ ਹੈ, ਹੋਰ ਇਸ ਤੋਂ ਇਲਾਵਾ ਕੁਝ ਨਹੀਂ। 15 ਜੂਨ ਨੂੰ ਧਰਨਾ ਦੇਣਾ ਕਿਹੜੇ ਇਸ਼ੂ ਹੋਣਗੇ ਤੇ ਕਿਹੜੇ ਲੀਡਰ ਸ਼ਾਮਿਲ ਹੋਣਗੇ? ਦੇਖੋ, ਸ਼੍ਰੋਮਣੀ ਅਕਾਲੀ ਦਲ ਵੱਲੋਂ 15 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਸਾਹਮਣੇ ਇੱਕ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ, ਧਰਨਾ ਦਿੱਤਾ ਜਾਏਗਾ, ਜਿਹਦੇ 'ਚ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਲੀਡ ਕਰਨਗੇ। ਸਾਰੀ ਸਾਡੀ ਸੀਨੀਅਰ ਲੀਡਰਸ਼ਿਪ, ਜਿਹੜੇ ਕੋਰ ਕਮੇਟੀ ਦੇ ਮੈਂਬਰ, MLA, ਐਕਸ MLA, ਜ਼ਿਲ੍ਹਾ ਜਥੇਦਾਰ, PAC ਦੇ ਮੈਂਬਰ ਸਾਰੇ ਸ਼ਾਮਲ ਹੋਣਗੇ। ਦੋ ਮੁੱਖ ਮੁੱਦੇ ਆ, ਇੱਕ ਤਾਂ ਜਿਹੜਾ ਵੈਕਸੀਨ ਦਾ ਬਹੁਤ ਵੱਡਾ ਘੁਟਾਲਾ ਹੋਇਆ, ਜਮਾਖੋਰੀ ਕੀਤੀ ਗਈ, ਪ੍ਰਾਈਵੇਟ ਹਸਪਤਾਲਾਂ ਨੂੰ ਵੇਚਿਆ ਗਿਆ, ਉਹਦੀ CBI ਦੀ ਜਾਂਚ। ਜਿਹੜਾ ਫਤਿਹ ਘੁਟਾਲਾ ਹੋਇਆ, ਜਿਹਦੇ ਵਿੱਚ ਵਾਰ-ਵਾਰ ਟੈਂਡਰ ਕਰਕੇ ਰੇਟ ਅਨਸੈਸਰਲੀ ਬਹੁਤ ਵਧਾ ਦਿੱਤੇ ਗਏ ਤੇ ਕੁਆਲਿਟੀ ਚੀਜ਼ਾਂ ਦੀ ਘਟੀਆ ਆਈ, ਉਹਦੀ CBI ਦੀ ਜਾਂਚ। ਔਰ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਨੂੰ ਡਿਸਮਿਸ ਕਰਨਾ ਜਿਹੜਾ ਇਹ ਤੇ ਇੱਕ ਮੰਗ। ਔਰ ਦੂਜੀ ਸਾਡੀ ਮੰਗ ਹੈ ਕਿ ਜਿਹੜੇ ਨੈਸ਼ਨਲ ਹਾਈਵੇਜ਼ ਵਾਸਤੇ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਕਿਸਾਨਾਂ ਤੋਂ ਜ਼ਬਰਦਸਤੀ, ਉਹਦਾ ਮੁਆਵਜ਼ਾ ਜਿਹੜਾ ਉਹ ਕੌਡੀਆਂ ਦੇ ਭਾਅ ਦੇ ਹਿਸਾਬ ਦੇ ਨਾਲ ਦਿੱਤਾ ਜਾ ਰਿਹਾ। ਸਾਡਾ ਇਹ ਕਹਿਣਾ ਹੈ ਕਿ ਜਿਸ ਤਰੀਕੇ ਅਕਾਲੀ ਸਰਕਾਰ ਵੇਲੇ ਕਰੋੜਾਂ ਰੁਪਏ ਦੇ ਜਿਹੜੇ ਆ ਉਹ ਮੁਆਵਜ਼ੇ ਕਿਸਾਨਾਂ ਨੂੰ ਦਿੱਤੇ ਗਏ ਸੀ, ਜਿੱਥੇ ਵੀ ਕਿਤੇ ਪ੍ਰੋਜੈਕਟ ਵਾਸਤੇ ਲੈਂਡ ਅਕਵਾਇਰ ਹੁੰਦੀ, ਪਾਲਿਸੀ ਬਣੀ ਸੀ ਬਕਾਇਦਾ ਕਿ ਮਾਰਕੀਟ ਰੇਟ ਦਿੱਤਾ ਜਾਂਦਾ ਸੀ, ਨਾਲ ਉਜਾੜਾ ਭੱਤਾ ਦਿੱਤਾ ਜਾਂਦਾ ਸੀ, ਹੋਰ ਬੈਨੀਫਿਟ ਕਿਸਾਨ ਨੂੰ ਦਿੱਤੇ ਜਾਂਦੇ ਸੀ। ਤੇ ਉਸੇ ਤਰੀਕੇ ਹੀ ਸੂਬੇ ਦੀ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਉਸੇ ਤਰੀਕੇ ਦੀ ਪਾਲਿਸੀ ਹੁਣ ਵੀ ਲਾਗੂ ਹੋਣੀ ਚਾਹੀਦੀ ਹੈ। ਜ਼ਬਰਦਸਤੀ ਉਹਨਾਂ ਦੀਆਂ ਜ਼ਮੀਨਾਂ ਅਕਵਾਇਰ ਨਾ ਕੀਤੀਆਂ ਜਾਣ, ਪਹਿਲਾਂ ਉਹਨਾਂ ਨੂੰ ਪ੍ਰੋਪਰ ਕੰਪਨਸੇਸ਼ਨ ਦੇ ਕੇ ਮਾਰਕੀਟ ਰੇਟ ਦੇ ਹਿਸਾਬ ਦੇ ਨਾਲ ਐਡੀਸ਼ਨਲ ਬੈਨੀਫਿਟ ਨਾਲ ਦੇ ਕੇ ਉਹਨਾਂ ਨੂੰ ਸਰਟੀਫਾਈ ਕੀਤਾ ਜਾਵੇ, ਫਿਰ ਉਹਨਾਂ ਦੀ ਲੈਂਡ ਜਿਹੜੀ ਆ ਅਕਵਾਇਰ ਕੀਤੀ ਜਾਵੇ। ਇਹਦੇ ਖਿਲਾਫ ਆਵਾਜ਼ ਉਠਾਉਣ ਵਾਸਤੇ ਵੀ ਅਸੀਂ ਜਿਹੜਾ ਇਹ ਧਰਨਾ ਜਿਹੜਾ ਇਹ ਦਿਆਂ। ਇੱਕ ਤੁਹਾਡੀ ਟਾਈਮ ਦੇ ਵਿੱਚ ਜ਼ਮੀਨ ਜਦੋਂ ਅਕਵਾਇਰ ਕੀਤੀ ਗਈ ਔਰ ਇੱਕ ਕਾਂਗਰਸ ਦੇ ਟਾਈਮ ਦੇ ਵਿੱਚ ਜ਼ਮੀਨ ਅਕਵਾਇਰ ਕੀਤੀ, ਦੋਨਾਂ ਦੇ ਵਿੱਚ ਸਿਸਟਮ ਦਾ ਕੀ ਫਰਕ ਹੈ ਕਿ ਜੀ ਜਿਹੜੇ ਰੇਟ ਇੰਨੇ ਉੱਪਰ ਥੱਲੇ ਹੋ ਰਹੇ ਨੇ? ਸਿਸਟਮ ਦਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਮੀਨ ਦੀ ਕੀਮਤ, ਕਿਸਾਨ ਦੀ ਮਿਹਨਤ ਦੀ ਕਦਰ ਸੀ, ਕਿਸਾਨ ਦੇ ਨਾਲ ਹਮਦਰਦੀ ਸੀ। ਅੱਜ ਦੀ ਸਾਡੀ ਸਰਕਾਰ ਨੂੰ ਆਪਣੀ ਕੁਰਸੀ ਦੇ ਨਾਲ ਪਿਆਰ ਆ, ਕੋਈ ਕਿਸਾਨੀ ਦੀ ਕੋਈ ਹੋਰ ਕਿਸ ਤਰ੍ਹਾਂ ਦੀ ਹਮਦਰਦੀ ਨਹੀਂ ਹੈ। ਇਸ ਕਰਕੇ ਅਸੀਂ ਕੇਂਦਰ ਨੇ ਜਦੋਂ ਐਕਟ ਬਣਾਇਆ ਸੀ ਤੇ ਨਾਲ ਦੀ ਨਾਲ ਸੂਬੇ ਨੇ ਆਪਣੀਆਂ ਗਾਈਡਲਾਈਨਸ ਬਣਾਤੀਆਂ ਸੀ ਪੱਕੀਆਂ, ਔਰ ਜਿੰਨਾ ਮਰਜ਼ੀ ਕੇਂਦਰ ਦਾ ਜ਼ੋਰ ਲੱਗ ਗਿਆ ਸੀ, ਅਸੀਂ ਕਦੇ ਵੀ ਕੰਪਰੋਮਾਈਜ਼ ਨਹੀਂ ਕੀਤਾ ਸੀ ਕਿ ਇਹਨਾਂ ਤੁਹਾਨੂੰ ਦੇਣਾ ਪਊਗਾ। ਔਰ ਚਾਹੇ ਸਾਡਾ ਆਪਣਾ ਕੋਈ ਸੂਬੇ ਦਾ ਪ੍ਰੋਜੈਕਟ ਸੀ, ਚਾਹੇ ਕੋਈ ਪਾਵਰ ਪਲਾਂਟ ਲੱਗਿਆ, ਚਾਹੇ ਕੋਈ ਹੋਰ ਨੈਸ਼ਨਲ ਹਾਈਵੇ ਬਣਿਆ, ਸਾਰਿਆਂ ਨੂੰ ਅਸੀਂ ਉਸੇ ਰੇਟ ਦੇ ਹਿਸਾਬ ਦੇ ਨਾਲ ਜ਼ਮੀਨ ਜਿਹੜੀ ਹੈ ਅਕਵਾਇਰ ਕਰਵਾ ਕੇ ਪੈਸੇ ਦੇ। ਲੋਕੀ ਖੁਸ਼ੀ ਨਾਲ ਜ਼ਮੀਨ ਅਕਵਾਇਰ ਕਰਾਉਂਦੇ ਹੁੰਦੇ। ਨਹੀਂ, ਮੈਂ ਸਰ ਸਿਸਟਮ ਸਮਝਣਾ ਚਾਹੁੰਦਾ ਕਿ ਜਿਹੜੀ ਇਸ ਸਰਕਾਰ ਦੇ ਵਿੱਚ ਹੁਣ ਇਹ ਕੀ ਹੈ ਕਿ ਇਹ DC ਰੇਟ ਦੇ ਹਿਸਾਬ ਦੇ ਨਾਲ ਜਿਹੜੀ ਹੈ 3 ਸਾਲਾਂ ਦਾ ਜਿਵੇਂ DC ਰੇਟ ਲੈ ਲਿਆ, ਹਰ ਇੱਕ ਨੂੰ ਪਤਾ ਹੈ ਕਿ ਜਿਹੜੀ ਜ਼ਮੀਨ ਦੀ ਅਸਲੀ ਕੀਮਤ ਤੇ ਜਿਸ ਰੇਟ ਦੇ ਉੱਤੇ ਰਜਿਸਟਰੀ ਹੁੰਦੀ ਹੈ ਉਹਦਾ ਦਿਨ ਰਾਤ ਦਾ ਫਰਕ ਹੁੰਦਾ, ਕਿਉਂਕਿ ਇੰਨੇ ਟੈਕਸ ਲੋਕੀ ਨਹੀਂ ਦੇ ਸਕਦੇ, ਸਾਰੇ ਵਾਈਟ ਮਨੀ ਇੰਨੀ ਨਹੀਂ ਦੇ ਸਕਦੇ। ਇਹ ਹਕੀਕਤ ਹੈ, ਇਹਨੂੰ ਸਵੀਕਾਰਨਾ ਪੈਂਦਾ ਕਿ ਜੋ ਜ਼ਮੀਨ ਦੀ ਅਸਲੀ ਕੀਮਤ ਹੈ ਉਹਦੇ ਉੱਤੇ ਕਦੀ ਵੀ ਰਜਿਸਟਰੀ ਨਹੀਂ ਹੁੰਦੀ। ਮਾਰਕੀਟ ਕੀਮਤ ਹੋਰ ਹੁੰਦੀ ਹੈ, ਜਿਹੜੀਆਂ ਰਜਿਸਟਰੀਆਂ ਜਿਨ੍ਹਾਂ ਰੇਟਾਂ ਤੇ ਹੁੰਦੀਆਂ ਹੋਰ ਹੁੰਦੀਆਂ। ਇਸ ਲਈ ਅਸੀਂ ਕਿਹਾ ਸੀ ਕਿ ਮਾਰਕੀਟ ਕੀਮਤ ਤੈਅ ਕੀਤੀ ਜਾਵੇ, ਉਹਦੇ ਵਾਸਤੇ ਇੱਕ ਬਕਾਇਦਾ ਕਮੇਟੀ ਬਣਦੀ ਸੀ, ਡਿਪਟੀ ਕਮਿਸ਼ਨਰ ਹੁੰਦਾ ਸੀਗਾ, ਨਾਲ ਜਿਹੜੀ ਹੈ ਉਹਦੇ ਨਾਲ ਹੋਰ ਰੈਵਨਿਊ ਦੇ ਅਧਿਕਾਰੀ ਹੁੰਦੇ ਸੀਗੇ, ਪੰਚਾਇਤ ਜਿੱਥੇ ਦੀ ਜ਼ਮੀਨ ਹੁੰਦੀ ਸੀ ਉਹਦੇ ਹੁੰਦੇ ਸੀ, ਹਲਕੇ ਦਾ ਨੁਮਾਇੰਦਾ ਜਿਹੜਾ MLA ਹੁੰਦਾ, ਇਹ ਸਾਰੇ ਮੈਂਬਰ ਹੁੰਦੇ ਸੀ ਉਸ ਕਮੇਟੀ ਦੇ। ਔਰ ਉਹ ਜੋ ਉੱਥੇ ਪਬਲਿਕਲੀ ਸਾਰਾ ਕੁਝ ਸਾਰਿਆਂ ਦੀ ਗੱਲ ਸੁਣ ਕੇ ਫਿਰ ਰੇਟ ਤੈਅ ਹੁੰਦਾ। ਕੇਂਦਰ ਸਰਕਾਰ ਵੱਲੋਂ ਜੀ ਇੱਕ ਕਿਹਾ ਜਾ ਰਿਹਾ ਕਿ ਪੰਜਾਬ ਦੇ ਚੌਲ ਲਈ ਖਰੀਦੀ ਜਾਣਗੇ ਔਰ ਦੂਜੇ ਪਾਸੇ RDF ਫੰਡ ਵੀ ਕਣਕ ਦਾ ਇੱਕ ਵਾਰ ਫਿਰ ਰੋਕਣ ਦੀ ਗੱਲ ਕੀਤੀ ਜਾ ਰਹੀ ਹੈ। ਦੇਖੋ, ਸਾਡੇ ਦੇਸ਼ ਦੇ ਵਿੱਚ ਜਿਹੜੇ ਸੂਬਿਆਂ ਦੇ ਤੇ ਕੇਂਦਰ ਦੇ ਅਧਿਕਾਰ ਨੇ ਉਹ ਇੰਨੇ ਨੀਵੇਂ ਦਰਜੇ ਤੇ ਪਹੁੰਚ ਜਾਣਗੇ ਕਦੀ ਸੋਚਿਆ ਨਹੀਂ ਸੀ। ਅੱਜ ਫੈਡਰਲਿਜ਼ਮ ਨੂੰ ਬਿਲਕੁਲ
ਇੱਜ਼ਤ ਜਿਹੜੀ ਆ ਇੱਥੇ ਕੇਂਦਰ ਸਰਕਾਰ ਨੇ ਦੇਣੀ ਬੰਦ ਕਰ ਦਿੱਤੀ। ਪਹਿਲਾਂ GST ਦੇ ਕਰਕੇ ਸਟੇਟਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਮਨਮਰਜ਼ੀ ਨਾਲ ਕਦੀ ਉਹਨਾਂ ਦੀ ਮਰਜ਼ੀ ਹੈ ਤਾਂ ਕੋਈ ਟੈਕਸਾਂ ਦੇ ਵਾਪਸ ਪੈਸੇ ਦੇ ਦਿੰਦੇ ਆ, ਮਰਜ਼ੀ ਨਹੀਂ ਦੇ ਦਿੰਦੇ। ਉਸ ਤੋਂ ਬਾਅਦ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਵੀ ਬਹੁਤ ਸਾਰੀਆਂ ਸੂਬਿਆਂ ਦੀਆਂ ਪਾਵਰਸ ਜਿਹੜੀਆਂ ਉਹਨਾਂ ਕੋਲ ਰਹਿਣੀਆਂ ਚਾਹੀਦੀਆਂ ਸੀ, ਉਹ ਕੇਂਦਰ ਸਰਕਾਰ ਨੇ ਕਰਟੇਲ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਜਿਹੜਾ ਸਾਡਾ ਵੱਡੀ ਆਮਦਨ ਹੈ ਰੂਰਲ ਏਰੀਆ ਦੀ, ਇੱਕ ਜਿਹੜੀ ਹੈ ਰੂਰਲ ਡਿਵੈਲਪਮੈਂਟ ਫੰਡ, ਜਿਹਦੇ ਨਾਲ ਰੂਰਲ ਇਨਫਰਾਸਟ੍ਰਕਚਰ ਜਿਹੜਾ ਮੰਡੀਆਂ ਦਾ ਵੀ, ਸੜਕਾਂ ਦਾ ਵੀ, ਜਿਹੜੇ ਰੂਰਲ ਵੈਟਰਨਰੀ ਡਿਸਪੈਂਸਰੀਆਂ ਵੀ, ਵਾਟਰ ਸਕੀਮਾਂ ਵੀ, ਇਹ ਸਾਰੀਆਂ ਫੰਡਿੰਗ ਹੁੰਦੀ ਸੀ, ਉਹ ਵੀ ਕੇਂਦਰ ਸਰਕਾਰ ਨੇ ਜਿਹੜਾ ਬੰਦ ਕਰਤਾ। ਆੜਤੀਆਂ ਦੇ ਵੀ ਰੇਟ ਆਪਣੀ ਮਰਜ਼ੀ ਨਾਲ ਧੱਕੇ ਨਾਲ ਫਿਕਸ ਕਰ ਦਿੱਤੇ ਕਿ ਇਸ ਤੋਂ ਵੱਧ ਆੜਤੀਆਂ ਨੂੰ ਅਸੀਂ ਪੈਸਾ ਨਹੀਂ ਦੇਣਾ। ਸੋ ਲਗਾਤਾਰ ਜਿਹੜਾ ਸੂਬਿਆਂ ਦਾ ਗਲਾ ਜਿਹੜਾ ਉਹ ਹਰ ਗੱਲ ਦੇ ਵਿੱਚ ਘੁੱਟਿਆ ਜਾ ਰਿਹਾ। ਤੇ ਹੁਣ FCI ਨੇ ਜੇ ਮਿਲਿੰਗ ਦੀ ਟਾਈਮ ਐਕਸਟੈਂਡ ਕੀਤਾ ਤਾਂ ਉੱਥੇ ਵਾਰ-ਵਾਰ ਸ਼ੈਲਰਾਂ ਦੇ ਵਿੱਚ ਫਿਜ਼ੀਕਲ ਵੈਰੀਫਿਕੇਸ਼ਨ ਦੇ ਬਹਾਨੇ ਸਾਰੀ ਸ਼ੈਲਰ ਇੰਡਸਟਰੀ ਨੂੰ ਬੇਹੱਦ ਪਰੇਸ਼ਾਨੀ ਖੜੀ ਕੀਤੀ ਜਾ ਰਹੀ, ਜਦੋਂ ਕਿ ਡਿਸਟ੍ਰਿਕਟ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਕਿੰਨੀ ਵਾਰੀ ਫਿਜ਼ੀਕਲ ਵੈਰੀਫਿਕੇਸ਼ਨ ਕਰ ਚੁੱਕੀ ਹੈ, ਔਰ ਉਹਨੇ ਚਾਵਲ ਦੀ ਮਿਲਿੰਗ ਕਰਕੇ ਤੁਹਾਨੂੰ ਫਿਜ਼ੀਕਲੀ ਹੈਂਡਓਵਰ ਕਰਨਾ। ਤੁਸੀਂ ਸਟੇਟ ਦੇ ਸਿਸਟਮ ਦੇ ਉੱਤੇ ਇੰਨੀ ਬੇਭਰੋਸਗੀ ਪ੍ਰਗਟ ਕਰੋਗੇ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਡਿਸਟ੍ਰਿਕਟ ਦੇ ਫੂਡ ਸਪਲਾਈ ਅਧਿਕਾਰੀਆਂ ਤੇ ਬਿਲਕੁਲ ਭਰੋਸਾ ਹੀ ਨਾ ਕਰੋਗੇ, ਤੇ ਕਿੱਦਾਂ ਦੇਸ਼ ਦਾ ਕੰਮ ਜਿਹੜਾ ਚੱਲ ਸਕੇ। ਇਸ ਕਰਕੇ ਗਲਤ ਰਵਾਇਤਾਂ ਹਰਿਆਣੇ 'ਚ ਰੂਲ ਹੋ ਰਿਹਾ, ਉੱਥੇ ਵੀ FCI ਦੀ ਮਿਲਿੰਗ ਦੀ ਡੇਟ ਐਕਸਟੈਂਡ ਹੋਈ, ਉੱਥੇ ਕੋਈ ਰੌਲਾ ਨਹੀਂ ਕਿਉਂਕਿ ਉੱਥੇ BJP ਦੀ ਸਰਕਾਰ ਹੈ। ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਇੱਥੇ ਬਹੁਤ ਪਰੇਸ਼ਾਨੀ ਖੜੀ ਕੀਤੀ ਜਾ ਰਹੀ ਹੈ, ਇਹਦੇ ਤੋਂ ਕੇਂਦਰ ਸਰਕਾਰ ਨੂੰ ਜਿਹੜਾ ਉਹ ਗਰੇਜ਼ ਕਰਨਾ ਚਾਹੀਦਾ।